ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਪੰਜਾਬੀ ਇਨਸਾਈਡਰ ਵਿੱਚ ਤੁਹਾਡਾ ਸਵਾਗਤ ਹੈ ਐਂਡ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਪਣੇ ਚੈਨਲ ਰਾਹੀਂ ਤੁਹਾਡੇ ਲਈ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਜਿਸ ਨਾਲ ਤੁਹਾਨੂੰ ਮੋਟੀਵੇਸ਼ਨ ਦੇ ਨਾਲ ਕੁਝ ਰੀਅਲ ਲਾਈਫ ਬਿਜ਼ਨਸ ਸਟੋਰੀਜ਼ ਅਤੇ ਉਹਨਾਂ ਦੇ ਪਿੱਛੇ ਦਾ ਸੱਚ ਵੀ ਸਮਝ ਆ ਸਕੇ। ਦੋਸਤੋ, ਅੱਜ ਦੀ ਸਟੋਰੀ ਵੀ ਬਹੁਤ ਖਾਸ ਹੈ ਕਿਉਂਕਿ ਜਿਸ ਕੰਪਨੀ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਇਹ ਕੰਪਨੀ ਸਾਡੇ ਸਾਰਿਆਂ ਲਈ, ਖਾਸ ਕਰਕੇ ਸਾਡੀਆਂ ਲੇਡੀਜ਼ ਲਈ ਇੱਕ ਰੋਲ ਮਾਡਲ ਹੈ ਅਤੇ ਇਸ ਕੰਪਨੀ ਦਾ ਨਾਮ ਹੈ ਸ਼੍ਰੀ ਮਹਿਲਾ ਗ੍ਰਹਿ ਉਦਯੋਗ, ਜਿਸ ਨੂੰ ਅਸੀਂ ਲਿਜਤ ਪਾਪੜ ਦੇ ਨਾਮ ਨਾਲ ਜਾਣਦੇ ਹਾਂ। ਦੋਸਤੋ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ 80 ਰੁਪਏ ਦੇ ਲੋਨ ਨਾਲ ਸ਼ੁਰੂ ਹੋਈ ਇਹ ਛੋਟੀ ਜਿਹੀ ਕੰਪਨੀ ਅੱਜ ਦੁਨੀਆ ਵਿੱਚ 1600 ਕਰੋੜ ਤੋਂ ਵੱਧ ਦਾ ਬਿਜ਼ਨਸ ਕਰ ਰਹੀ ਹੈ ਅਤੇ ਕਿਵੇਂ ਮੁੰਬਈ ਦੀਆਂ 7 ਔਰਤਾਂ ਵੱਲੋਂ ਆਪਣੀ ਗਰੀਬੀ ਦੂਰ ਕਰਨ ਲਈ ਚੱਕਿਆ ਗਿਆ ਇੱਕ ਛੋਟਾ ਜਿਹਾ ਕਦਮ ਅੱਜ 45,000 ਤੋਂ ਵੱਧ ਪਰਿਵਾਰਾਂ ਦਾ ਪੇਟ ਭਰ ਰਿਹਾ ਹੈ। 15 ਮਾਰਚ 1959 ਨੂੰ ਮੁੰਬਈ ਦੀ ਇੱਕ ਗਰੀਬ ਕਲੋਨੀ ਦੀ ਰਹਿਣ ਵਾਲੀ ਜਸਵੰਤੀ ਬੈਨ ਨੇ 6 ਹੋਰ ਔਰਤਾਂ ਨਾਲ ਰਲ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ। ਇਸ ਟਾਈਮ ਵਿੱਚ ਇਹ ਸਭ ਔਰਤਾਂ ਪਰਿਵਾਰ ਦੀ ਗਰੀਬੀ ਕਾਰਨ ਬਹੁਤ ਔਖੇ ਟਾਈਮ ਵਿੱਚੋਂ ਲੰਘ ਰਹੀਆਂ ਸਨ। ਦੋਸਤੋ, ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ 1960ਵੇਂ ਦੇ ਦਹਾਕੇ ਵਿੱਚ ਸਾਡੇ ਦੇਸ਼ ਦੀਆਂ ਜ਼ਿਆਦਾਤਰ ਔਰਤਾਂ ਅਨਪੜ੍ਹ ਹੀ ਹੁੰਦੀਆਂ ਸਨ ਅਤੇ ਉਹਨਾਂ ਨੂੰ ਘਰ ਤੋਂ ਬਾਹਰ ਜਾ ਕੇ ਵੀ ਕੰਮ ਕਰਨ ਦੀ ਕੋਈ ਖਾਸ ਆਜ਼ਾਦੀ ਨਹੀਂ ਸੀ। ਇਸ ਔਖੇ ਟਾਈਮ ਵਿੱਚ ਜਸਵੰਤੀ ਬੈਨ ਅਤੇ ਉਹਨਾਂ ਦੀਆਂ 6 ਹੋਰ ਸਾਥਣਾਂ ਨੇ ਰਲ ਕੇ ਬਿਨਾਂ ਕਿਸੇ ਐਜੂਕੇਸ਼ਨ ਅਤੇ ਬਿਨਾਂ ਕਿਸੇ ਬਿਜ਼ਨਸ ਨੌਲੇਜ ਦੇ ਇਸ ਪਾਪੜ ਬਣਾਉਣ ਦੇ ਬਿਜ਼ਨਸ ਨੂੰ ਸ਼ੁਰੂ ਕਰਨ ਬਾਰੇ ਸੋਚਿਆ। ਇਹਨਾਂ ਦਾ ਮੋਟਿਵ ਕੋਈ $1 ਮਿਲੀਅਨ ਕੰਪਨੀ ਬਣਾਉਣਾ ਨਹੀਂ ਸੀ, ਬਲਕਿ ਇਹ ਆਪਣੇ ਵਿਹਲੇ ਟਾਈਮ ਵਿੱਚ ਘਰ ਬੈਠ ਕੇ ਕੁਝ ਪੈਸੇ ਕਮਾਉਣਾ ਚਾਹੁੰਦੀਆਂ ਸਨ ਤਾਂ ਕਿ ਇਹ ਆਪਣੇ ਅਤੇ ਆਪਣੇ ਪਰਿਵਾਰ ਦਾ ਪੇਟ ਭਰ ਸਕਣ। ਆਪਣੀ ਪਹਿਲੀ ਮੀਟਿੰਗ ਤੋਂ ਬਾਅਦ ਇਹਨਾਂ 7 ਔਰਤਾਂ ਨੇ ਜਾ ਕੇ ਇੱਕ ਸਰਕਾਰੀ ਸਮਾਜਿਕ ਸੰਸਥਾ ਸਰਵੈਂਟ ਆਫ ਇੰਡੀਆ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਆਪਣੇ ਬਿਜ਼ਨਸ ਆਈਡੀਆ ਬਾਰੇ ਦੱਸਿਆ। ਇਹਨਾਂ ਔਰਤਾਂ ਦੇ ਜਜ਼ਬੇ ਅਤੇ ਹੌਸਲੇ ਨੂੰ ਦੇਖ ਕੇ ਇਸ ਸੰਸਥਾ ਨੇ ਇਹਨਾਂ ਨੂੰ 80 ਰੁਪਏ ਦਾ ਲੋਨ ਦੇ ਦਿੱਤਾ। ਲੋਨ ਮਿਲਣ ਤੋਂ ਬਾਅਦ ਇਹਨਾਂ ਔਰਤਾਂ ਨੇ ਆਪਣੇ ਘਰ ਆ ਕੇ ਆਪਣੇ ਇਸ ਬਿਜ਼ਨਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਇਹਨਾਂ ਨੇ ਪਾਪੜ ਬਣਾ ਕੇ ਆਪਣੇ ਏਰੀਆ ਦੇ ਲੋਕਲ ਦੁਕਾਨਦਾਰਾਂ ਨੂੰ ਇਹ ਪਾਪੜ ਵੇਚਣ ਵਾਸਤੇ ਕਿਹਾ, ਜੋ ਕਿ ਗ੍ਰਾਹਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ। ਇਸ ਤਰ੍ਹਾਂ ਇਹਨਾਂ ਔਰਤਾਂ ਵੱਲੋਂ ਬਣਾਏ ਪਾਪੜ ਲੋਕਲ ਦੁਕਾਨਾਂ 'ਤੇ ਕਾਫੀ ਵਿਕਣ ਲੱਗ ਪਏ। ਹੌਲੀ-ਹੌਲੀ ਇਹਨਾਂ ਦੇ ਪਾਪੜਾਂ ਦੀ ਡਿਮਾਂਡ ਵਧਣ ਲੱਗ ਪਈ ਅਤੇ ਇਹਨਾਂ ਨੇ ਫਿਰ ਆਪਣੇ ਨਾਲ ਹੋਰ ਔਰਤਾਂ ਨੂੰ ਕੰਮ 'ਤੇ ਰੱਖ ਲਿਆ। ਕੁਝ ਸਾਲਾਂ ਵਿੱਚ ਹੀ ਇਹਨਾਂ ਦਾ ਵਪਾਰ ਨੇ ਕਾਫੀ ਤਰੱਕੀ ਕੀਤੀ ਅਤੇ ਇਹਨਾਂ ਦੇ ਬਣਾਏ ਪਾਪੜ ਸਾਰੇ ਇੰਡੀਆ ਵਿੱਚ ਕਾਫੀ ਮਸ਼ਹੂਰ ਹੋ ਗਏ ਸਨ ਅਤੇ ਅੱਜ ਦੀ ਤਰੀਕ ਵਿੱਚ ਲਿਜਤ ਕੰਪਨੀ ਦੇ ਪਾਪੜ ਅਤੇ ਹੋਰ ਸਮਾਨ 25 ਤੋਂ ਵੱਧ ਦੇਸ਼ਾਂ ਵਿੱਚ ਸਪਲਾਈ ਹੁੰਦਾ ਹੈ। ਦੋਸਤੋ, ਲਿਜਤ ਪਾਪੜ ਬਣਾਉਣ ਵਾਲੀਆਂ ਔਰਤਾਂ ਕੋਈ ਬਹੁਤ ਜ਼ਿਆਦਾ ਪੜ੍ਹੀਆਂ ਲਿਖੀਆਂ ਨਹੀਂ ਸਨ, ਪਰ ਉਹਨਾਂ ਨੇ ਆਪਣੇ ਹੁਨਰ ਨੂੰ ਪਛਾਣ ਕੇ ਇਸ ਨੂੰ ਆਪਣੇ ਬਿਜ਼ਨਸ ਵਿੱਚ ਬਦਲ ਲਿਆ। ਇਹਨਾਂ ਨੇ ਹੌਲੀ-ਹੌਲੀ ਆਪਣੀ ਬ੍ਰਾਂਡਿੰਗ, ਮਾਰਕੀਟਿੰਗ, ਸਪਲਾਈ ਚੇਨ ਅਤੇ ਬਿਜ਼ਨਸ ਦੇ ਕੋਈ ਹੋਰ ਕੰਮ ਵਾਸਤੇ ਆਪਣੀ ਇੱਕ ਪੂਰੀ ਟੀਮ ਤਿਆਰ ਕਰ ਲਈ। ਦੋਸਤੋ, ਇੱਥੇ ਮੈਂ ਲਿਜਤ ਪਾਪੜ ਦੀ ਇੱਕ ਹੋਰ ਇੰਟਰਸਟਿੰਗ ਗੱਲ ਵੀ ਦੱਸਣੀ ਚਾਹੁੰਦਾ ਹਾਂ। ਲਿਜਤ ਪਾਪੜ ਲਈ ਕੰਮ ਕਰਨ ਵਾਲੀਆਂ ਔਰਤਾਂ ਨੂੰ ਲਿਜਤ ਬੈਨ ਮਤਲਬ ਲਿਜਤ ਭੈਣਾਂ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਅਤੇ ਇਹ ਕੋਆਪਰੇਟਿਵ ਜਾਂ ਸਹਿਕਾਰਤਾ ਦੇ ਬਿਜ਼ਨਸ ਮਾਡਲ ਨੂੰ ਫੋਲੋ ਕਰਦੇ ਹਨ। ਸਹਿਕਾਰੀ ਮਾਡਲ ਦੇ ਮੁਤਾਬਿਕ ਹਰੇਕ ਵਰਕਰ ਜੋ ਕੰਪਨੀ ਲਈ ਕੰਮ ਕਰਦਾ ਹੈ ਉਹ ਕੰਪਨੀ ਦਾ ਹਿੱਸੇਦਾਰ ਵੀ ਹੁੰਦਾ ਹੈ ਅਤੇ ਜਿਸ ਨਾਲ ਕੰਪਨੀ ਦਾ ਪ੍ਰੋਫਿਟ ਅਤੇ ਲਾਸ ਸਾਰਿਆਂ ਵਿੱਚ ਬਰਾਬਰ ਵੰਡਿਆ ਜਾਂਦਾ ਹੈ। ਬਿਜ਼ਨਸ ਵਰਲਡ ਵਿੱਚ ਇਸ ਨੂੰ ਕਲੈਕਟਿਵ ਓਨਰਸ਼ਿਪ ਮਾਡਲ ਵੀ ਕਿਹਾ ਜਾਂਦਾ ਹੈ। ਦੋਸਤੋ, ਮੈਂ ਇੱਥੇ ਇਹ ਵੀ ਦੱਸ ਦੇਵਾਂ ਕਿ ਦੁਨੀਆ ਦੀ ਮਸ਼ਹੂਰ ਕਾਫੀ ਕੰਪਨੀ ਸਟਾਰਬਕਸ ਵੀ ਕਲੈਕਟਿਵ ਓਨਰਸ਼ਿਪ ਮਾਡਲ ਨੂੰ ਆਪਣੇ ਬਿਜ਼ਨਸ ਵਿੱਚ ਫੋਲੋ ਕਰਦੀ ਹੈ। ਸਟਾਰਬਕਸ ਦੇ ਹਰ ਵਰਕਰ ਕੋਲ ਕੰਪਨੀ ਦੇ ਸਟਾਕ ਖਰੀਦਣ ਦੀ ਇੱਕ ਆਪਸ਼ਨ ਹੁੰਦੀ ਹੈ ਅਤੇ ਉਹ ਆਪਣੇ ਹਰ ਵਰਕਰ ਨੂੰ ਵੀ ਪਾਰਟਨਰ ਕਹਿ ਕੇ ਹੀ ਬੁਲਾਉਂਦੇ ਹਨ। ਇਸ ਮਾਡਲ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਹਰ ਵਰਕਰ ਕੰਪਨੀ ਨਾਲ ਹੋਰ ਵੀ ਜ਼ਿਆਦਾ ਕਨੈਕਟ ਹੋ ਜਾਂਦਾ ਹੈ ਅਤੇ ਫਿਰ ਉਹ ਕੰਪਨੀ ਦੀ ਗਰੋਥ ਲਈ ਹੋਰ ਵੀ ਜ਼ਿਆਦਾ ਮੋਟੀਵੇਸ਼ਨ ਨਾਲ ਕੰਮ ਕਰਦਾ ਹੈ। ਦੋਸਤੋ, ਲਿਜਤ ਕੰਪਨੀ ਲਈ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜਾ ਬਿਜ਼ਨਸ ਪ੍ਰਿੰਸੀਪਲ ਸਟਾਰਬਕਸ ਦੇ ਪੜ੍ਹੇ ਲਿਖੇ ਮੈਨੇਜਰਸ ਨੇ 1990 ਦੇ ਦਹਾਕੇ ਵਿੱਚ ਵਰਤਣਾ ਸ਼ੁਰੂ ਕੀਤਾ, ਉਹ ਬਿਜ਼ਨਸ ਮਾਡਲ ਮੁੰਬਈ ਦੀਆਂ ਇਹਨਾਂ ਸਧਾਰਨ ਔਰਤਾਂ ਨੇ 1960 ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਜਸਵੰਤੀ ਬੈਨ ਦੀ ਇਸ ਟੀਮ ਨੇ ਆਪਣੇ ਬਿਜ਼ਨਸ ਆਪਰੇਸ਼ਨਸ ਨੂੰ ਵੀ ਬਹੁਤ ਚੰਗੀ ਤਰ੍ਹਾਂ ਚਲਾਇਆ। ਆਪਣੇ 62 ਸਾਲ ਦੇ ਸਫ਼ਰ ਵਿੱਚ ਕੰਪਨੀ ਨੇ ਬਹੁਤ ਜ਼ਿਆਦਾ ਉਤਰਾਅ ਚੜ੍ਹਾਅ ਦੇਖੇ, ਪਰ ਇਹਨਾਂ ਨੇ ਕਦੀ ਵੀ ਕਿਸੇ ਕੋਲੋਂ ਫੰਡਿੰਗ ਜਾਂ ਡੋਨੇਸ਼ਨ ਨਹੀਂ ਲਈ। ਇਹਨਾਂ ਨੇ ਆਪਣੇ ਕੈਸ਼ ਫਲੋ ਮਤਲਬ ਹਿਸਾਬ ਕਿਤਾਬ ਨੂੰ ਪਹਿਲੇ ਦਿਨ ਤੋਂ ਹੀ ਬਹੁਤ ਸਾਫ਼ ਅਤੇ ਸਪਸ਼ਟ ਰੱਖਿਆ ਅਤੇ ਇਹ ਆਪਣੇ ਹਰ ਵਰਕਰਸ ਨੂੰ ਰੋਜ਼ ਦੀ ਰੋਜ਼ ਤਨਖਾਹ ਵੀ ਦੇ ਦਿੰਦੇ ਹਨ। ਲਿਜਤ ਪਾਪੜ ਦੇ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਔਰਤਾਂ ਦੇ ਟਾਈਮ ਟੇਬਲ ਨੂੰ ਬਹੁਤ ਧਿਆਨ ਵਿੱਚ ਰੱਖਿਆ ਹੈ। ਸਭ ਤੋਂ ਪਹਿਲਾਂ ਲਿਜਤ ਭੈਣਾਂ ਨੂੰ ਕੰਪਨੀ ਬੱਸ ਵਿੱਚ ਬਿਠਾ ਕੇ ਲਿਜਤ ਦੇ ਇੱਕ ਸੈਂਟਰ ਵਿੱਚ ਲਿਆਂਦਾ ਜਾਂਦਾ ਹੈ, ਜਿੱਥੇ ਇਹਨਾਂ ਨੂੰ ਪਹਿਲਾਂ ਤੋਂ ਹੀ ਗੁੰਨਿਆ ਹੋਇਆ ਆਟਾ
ਜਾਂ ਡੋ ਦਿੱਤਾ ਜਾਂਦਾ ਹੈ। ਇੱਥੋਂ ਆਟਾ ਲਿਜਾ ਕੇ ਇਹ ਲਿਜਤ ਭੈਣਾਂ ਆਪਣੇ ਘਰ ਵਿੱਚ ਪਾਪੜ ਵੇਲ ਕੇ ਸਿਖਾਉਂਦੀਆਂ ਹਨ। ਪਾਪੜ ਤਿਆਰ ਕਰਕੇ ਇਹ ਅਗਲੇ ਦਿਨ ਉਹਨਾਂ ਪਾਪੜਾਂ ਨੂੰ ਆਪਣੇ ਸੈਂਟਰ ਵਿੱਚ ਲਿਆ ਕੇ ਜਮ੍ਹਾਂ ਕਰਾ ਦਿੰਦੀਆਂ ਹਨ। ਸੈਂਟਰ ਵਿੱਚ ਇਹਨਾਂ ਨੂੰ ਉਸੇ ਵੇਲੇ ਇਹਨਾਂ ਦੀ ਤਨਖਾਹ ਦੇ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਇਹ ਅਗਲੇ ਦਿਨ ਵਾਸਤੇ ਆਪਣੀ ਡੋ ਜਾਂ ਆਟਾ ਵੀ ਲੈ ਜਾਂਦੀਆਂ ਹਨ। ਪਿਛਲੇ 6 ਦਹਾਕਿਆਂ ਤੋਂ ਲਿਜਤ ਦੀਆਂ ਸੁਪਰਵਾਈਜ਼ਰ ਦੀ ਦੇਖ-ਰੇਖ ਹੇਠ ਇਹ ਸਾਰਾ ਕੰਮ ਬਹੁਤ ਸੁਚੱਜੇ ਢੰਗ ਨਾਲ ਚੱਲਦਾ ਹੈ। ਇਹ ਸੁਪਰਵਾਈਜ਼ਰਸ ਕਈ ਵਾਰ ਆਪਣੇ ਵਰਕਰਸ ਦੇ ਘਰ ਜਾ ਕੇ ਉੱਥੇ ਦੀ ਸਾਫ਼ ਸਫਾਈ ਅਤੇ ਹੋਰ ਸਭ ਚੀਜ਼ਾਂ ਵੀ ਚੈੱਕ ਕਰਦੀਆਂ ਹਨ। ਆਪਣੇ ਪਾਪੜ ਦੀ ਕੁਆਲਿਟੀ ਅਤੇ ਟੇਸਟ ਸੇਮ ਰੱਖਣ ਲਈ ਲਿਜਤ ਵਾਲੇ ਆਪਣੇ ਹਰ ਇੱਕ ਵਰਕਰ ਨੂੰ ਪਹਿਲਾਂ ਪਾਪੜ ਬਣਾਉਣ ਦੀ ਪੂਰੀ ਟ੍ਰੇਨਿੰਗ ਦਿੰਦੇ ਹਨ ਅਤੇ ਨਾਲ ਹੀ ਉਹਨਾਂ ਨੂੰ ਐਲੂਮੀਨੀਅਮ ਦਾ ਪਾਪੜ ਮੇਕਰ ਵੀ ਦਿੱਤਾ ਜਾਂਦਾ ਹੈ ਤਾਂ ਕਿ ਲਿਜਤ ਦੇ ਪਾਪੜ ਦਾ ਸਾਈਜ਼ ਸਾਰੇ ਪਾਸੇ ਸੇਮ ਰਹੇ। ਦੋਸਤੋ, ਲਿਜਤ ਕੰਪਨੀ ਦੀ ਕੋਈ ਵੀ ਬ੍ਰਾਂਚ ਜੇ ਵਧੀਆ ਕੰਮ ਕਰਦੀ ਹੈ ਤਾਂ ਲਿਜਤ ਕੰਪਨੀ ਵਾਲੇ ਉਸ ਬ੍ਰਾਂਚ ਦੀਆਂ ਵਰਕਰਸ ਨੂੰ ਸੋਨੇ ਦੇ ਸਿੱਕੇ ਦੇ ਕੇ ਸਨਮਾਨਿਤ ਕਰਦੇ ਹਨ। ਸਾਡੇ ਇੰਡੀਅਨ ਕਲਚਰ ਵਿੱਚ ਜਿੱਥੇ ਲੇਡੀਜ਼ ਸੋਨੇ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੀਆਂ ਹਨ, ਉੱਥੇ ਇਹ ਸਨਮਾਨ ਇਹਨਾਂ ਲੇਡੀਜ਼ ਨੂੰ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਇਹ ਬੋਨਸ ਅਤੇ ਪ੍ਰੋਫਿਟ ਸ਼ੇਅਰਿੰਗ ਦਾ ਇੱਕ ਬਹੁਤ ਹੀ ਸਮਾਰਟ ਅਤੇ ਇਮੋਸ਼ਨਲ ਬਿਜ਼ਨਸ ਤਰੀਕਾ ਵੀ ਹੈ। ਲਿਜਤ ਦੇ ਇਸ ਬਿਜ਼ਨਸ ਪ੍ਰਿੰਸੀਪਲਸ ਨੂੰ ਅੱਜਕੱਲ੍ਹ ਬਹੁਤ ਸਾਰੀਆਂ ਕੰਪਨੀਆਂ ਆਪਣੇ ਬਿਜ਼ਨਸ ਵਿੱਚ ਪ੍ਰੋਫਿਟ ਸ਼ੇਅਰਿੰਗ ਜਾਂ ਬੋਨਸ ਦੇ ਰੂਪ ਵਿੱਚ ਵੀ ਵਰਤੀਆਂ ਹਨ, ਜੋ ਕਿ ਇਹਨਾਂ ਲਿਜਤ ਭੈਣਾਂ ਨੇ ਕਈ ਦਹਾਕੇ ਪਹਿਲਾਂ ਹੀ ਕਰ ਦਿੱਤਾ ਸੀ। ਦੋਸਤੋ, ਅੱਜਕੱਲ੍ਹ ਦੇ ਇਸ ਕਾਰਪੋਰੇਟ ਵਰਲਡ ਵਿੱਚ ਜਿੱਥੇ ਸਭ ਕੰਪਨੀਆਂ ਆਪਣੇ ਪ੍ਰੋਫਿਟ ਨੂੰ ਵਧਾਉਣ ਲਈ ਮਸ਼ੀਨਾਂ ਨਾਲ ਕੰਮ ਕਰਨ ਨੂੰ ਪਹਿਲ ਦਿੰਦੀਆਂ ਹਨ, ਉੱਥੇ ਲਿਜਤ ਕੰਪਨੀ ਇਸ ਦੇ ਬਿਲਕੁਲ ਖਿਲਾਫ ਹੈ। ਆਪਣੀ ਇੱਕ ਇੰਟਰਵਿਊ ਵਿੱਚ ਜਸਵੰਤੀ ਬੈਨ ਨੇ ਦੱਸਿਆ ਕਿ ਉਹਨਾਂ ਦੀ ਕੰਪਨੀ ਦਾ ਮੇਨ ਮਕਸਦ ਵੂਮਨ ਐਮਪਾਵਰਮੈਂਟ ਮਤਲਬ ਔਰਤਾਂ ਦੀ ਭਲਾਈ ਵਾਸਤੇ ਕੰਮ ਕਰਨਾ ਹੈ ਤਾਂ ਕਿ ਗਰੀਬ ਵਰਗ ਦੀਆਂ ਇਹ ਔਰਤਾਂ ਕੰਮ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਦੋਸਤੋ, ਇਸੇ ਕਰਕੇ ਹੀ ਕੋਈ ਵੀ ਨਵੀਂ ਮਸ਼ੀਨ ਲਾਉਣ ਤੋਂ ਪਹਿਲਾਂ ਲਿਜਤ ਕੰਪਨੀ ਵਾਲੇ ਇਸ ਗੱਲ ਦਾ ਬਹੁਤ ਧਿਆਨ ਰੱਖਦੇ ਹਨ ਕਿ ਉਹਨਾਂ ਦੇ ਇਸ ਨਵੀਂ ਮਸ਼ੀਨਰੀ ਲਾਉਣ ਨਾਲ ਉਹਨਾਂ ਦੇ ਕਿਸੇ ਵੀ ਵਰਕਰ ਨੂੰ ਆਪਣੀ ਜੌਬ ਤੋਂ ਹੱਥ ਨਾ ਧੋਣੇ ਪੈਣ। ਇਸ ਦੇ ਨਾਲ ਹੀ ਜੇ ਲਿਜਤ ਕੰਪਨੀ ਮੁਤਾਬਕ ਜੇਕਰ ਕਿਸੇ ਵੀ ਸਾਲ ਉਹਨਾਂ ਦਾ ਪ੍ਰੋਫਿਟ ਇੱਕ ਟਾਰਗੇਟ ਅਮਾਊਂਟ ਤੋਂ ਵੱਧ ਜਾਂਦਾ ਹੈ ਤਾਂ ਉਹ ਇਸ ਪੈਸੇ ਨੂੰ ਆਪਣੇ ਵਰਕਰਸ ਦੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਉੱਤੇ ਖਰਚ ਕਰਦੇ ਹਨ ਤਾਂ ਕਿ ਉਹਨਾਂ ਦੀ ਅਗਲੀ ਪੀੜ੍ਹੀ ਪੜ੍ਹ ਲਿਖ ਕੇ ਹੋਰ ਵੀ ਤਰੱਕੀ ਕਰ ਸਕੇ। ਦੋਸਤੋ, ਅੱਜ ਕੱਲ੍ਹ ਜਿੱਥੇ ਅਸੀਂ ਇੰਨਾ ਪੜ੍ਹ ਲਿਖ ਕੇ ਵੀ ਆਪਣੇ ਇਸ ਸਿਸਟਮ ਵਿੱਚ ਬੇਵਸ ਮਹਿਸੂਸ ਕਰਦੇ ਹਾਂ, ਉੱਥੇ ਹੀ ਇਹਨਾਂ 7 ਲਿਜਤ ਭੈਣਾਂ ਨੇ ਕਿਸੇ ਵੀ ਐਜੂਕੇਸ਼ਨ ਅਤੇ ਕਿਸੇ ਵੀ ਸਹਾਇਤਾ ਤੋਂ ਬਿਨਾਂ 80 ਰੁਪਏ ਦੇ ਲੋਨ ਨੂੰ ਅੱਜ 1600 ਕਰੋੜ ਰੁਪਏ ਤੋਂ ਵੱਧ ਦੇ ਬਿਜ਼ਨਸ ਅੰਪਾਇਰ ਵਿੱਚ ਬਦਲ ਦਿੱਤਾ ਹੈ। ਸੋ ਜਿਹੜੇ ਲੋਕ ਹਮੇਸ਼ਾ ਕਿਸਮਤ, ਹਾਲਾਤ ਅਤੇ ਸਰਕਾਰਾਂ ਨੂੰ ਦੋਸ਼ ਦਿੰਦੇ ਰਹਿੰਦੇ ਹਨ, ਉਹਨਾਂ ਲਈ ਇੱਕ ਬਹੁਤ ਵੱਡੀ ਰੀਅਲ ਲਾਈਫ ਇੰਸਪੀਰੇਸ਼ਨ ਵੀ ਹੈ। ਦੋਸਤੋ, ਇਹ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ ਤੁਹਾਨੂੰ ਜਾਗਰੂਕ ਕਰਨ ਦੀ ਅਤੇ ਜੇ ਆਪਾਂ ਸੱਚੀ ਆਪਣੇ ਪਿੰਡ, ਸ਼ਹਿਰ ਅਤੇ ਸਮਾਜ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਕੱਠੇ ਹੋ ਕੇ ਲਿਜਤ ਵਰਗੀਆਂ ਸੰਸਥਾਵਾਂ ਬਣਾਉਣ ਦੀ ਬਹੁਤ ਸਖਤ ਲੋੜ ਹੈ ਤਾਂ ਕਿ ਪੰਜਾਬ ਨੂੰ ਇਸ ਮੌਜੂਦਾ ਵਿੱਤੀ ਸੰਕਟ ਅਤੇ ਬੇਰੁਜ਼ਗਾਰੀ ਵਿੱਚੋਂ ਕੱਢਿਆ ਜਾ ਸਕੇ। ਮੈਂ ਡਿਸਕ੍ਰਿਪਸ਼ਨ ਵਿੱਚ ਕੁਝ ਫ੍ਰੀ ਆਰਟੀਕਲਸ ਦੇ ਲਿੰਕ ਦਿੱਤੇ ਹਨ ਜਿੱਥੇ ਜਾ ਕੇ ਤੁਸੀਂ ਲਿਜਤ ਬਾਰੇ ਹੋਰ ਵੀ ਡੀਟੇਲ ਵਿੱਚ ਸਟੱਡੀ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ WhatsApp ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਵਿਚਾਰ ਸਾਨੂੰ ਕਮੈਂਟਸ ਵਿੱਚ ਵੀ ਜ਼ਰੂਰ ਦਿਓ। ਸੋ ਦੋਸਤੋ, ਮਿਲਦੇ ਹਾਂ ਆਪਾਂ ਇੱਕ ਨਵੀਂ ਇੰਸਪੀਰੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਥੈਂਕ ਯੂ।